ਸਤਿਗੁਰ ਗਿਆਨ ਬਲਿਆ ਘਟ ਚਾਨਣ, ਅਗਿਆਨ ਅੰਧੇਰ ਗਵਾਇਆ। ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਹਜ਼ੂਰ ਕਹਿੰਦੇ ਨੇ ਸਤਿਗੁਰ ਗਿਆਨ ਬਲਿਆ ਘਟ ਚਾਨਣ। ਸਤਿਗੁਰੂ ਦੇ ਗਿਆਨ ਦਾ ਦੀਵਾ ਉਹ ਵੀ ਤੁਹਾਡੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਗਿਆ ਤੇ ਉਹਨੇ ਚਾਨਣ ਕਰ ਦਿੱਤਾ। ਸਤਿਗੁਰੂ ਨੇ ਗਿਆਨ ਨੂੰ ਦੀਵੇ ਨਾਲ ਤਸ਼ਬੀਹ ਦਿੱਤੀ ਹੈ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਸਤਿਗੁਰੂ ਦੇ ਗਿਆਨ ਦਾ ਦੀਵਾ ਤੁਹਾਡੇ ਅੰਦਰ ਬਲਿਆ, ਜਗ ਪਿਆ ਤੇ ਉਹਨੇ ਚਾਨਣ ਕਰ ਦਿੱਤਾ। ਅਗਿਆਨ ਅੰਧੇਰ ਗਵਾਇਆ। ਉਸ ਗਿਆਨ ਦੇ ਪ੍ਰਕਾਸ਼ ਨੇ ਅਗਿਆਨ ਦੇ ਅੰਧੇਰ ਅੰਧਕਾਰ ਨੂੰ ਗਵਾ ਦਿੱਤਾ, ਅਗਿਆਨ ਦੇ ਹਨੇਰੇ ਨੂੰ ਦੂਰ ਕਰ ਦਿੱਤਾ। ਇੱਕ ਪੁਰਾਣੀ ਸਾਖੀ ਆਉਂਦੀ ਹੈ, ਬੜੀ ਪੁਰਾਣੀ ਲੋਕ ਕਥਾ ਹੈ। ਜਦੋਂ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸਨ, ਦੱਸਦੇ ਨੇ ਬਈ ਇੱਕ ਕਿਸੇ ਆਦਿਵਾਸੀ ਪਿੰਡ ਦੇ ਵਿੱਚ ਕੋਈ ਸ਼ਹਿਰ ਦੀ ਲੜਕੀ ਦਾ ਵਿਆਹ ਹੋਇਆ ਔਰ ਉਹ ਜਦੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਪਿੰਡ ਵਿੱਚ ਗਈ, ਉਸ ਵੇਲੇ ਲੋਕ ਬਿਲਕੁਲ ਭੋਲੇ ਭਾਲੇ ਸਨ। ਔਰ ਜਦੋਂ ਸ਼ਾਮ ਦਾ ਵਕਤ ਹੋਇਆ ਤੇ ਉਸਨੇ ਕੀ ਵੇਖਿਆ, ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਔਰ ਉਹਨਾਂ ਨੇ ਭਾਂਡੇ ਤੇ ਹੋਰ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਵੇਖ ਵੇਖ ਕੇ ਹੈਰਾਨ ਹੋ ਰਹੀ ਸੀ ਵੀ ਹੁਣ ਕੀ ਕਰਨਗੇ। ਫਿਰ ਜੋ ਕੁਝ ਉਹਨਾਂ ਨੇ ਕਰਨਾ ਸੀ ਉਹ ਸ਼ੁਰੂ ਕਰ ਦਿੱਤਾ। ਸਾਰੀ ਰਾਤ ਉਹਨਾਂ ਨੇ ਬਾਲਟੀਆਂ ਨਾਲ, ਕੜਾਹੀਆਂ ਨਾਲ, ਟੋਕਰਿਆਂ ਨਾਲ ਹਨੇਰਾ ਢੋਣਾ ਸ਼ੁਰੂ ਕਰ ਦਿੱਤਾ ਤੇ ਸਾਰੀ ਰਾਤ ਹਨੇਰਾ ਢੋਂਦੇ ਰਹੇ। ਤੇ ਜਦੋਂ ਦਿਨ ਚੜ੍ਹਿਆ, ਥੱਕ ਟੁੱਟ ਕੇ ਡਿੱਗ ਪਏ ਤੇ ਆਰਾਮ ਕਰਨ ਲੱਗੇ। ਤੇ ਜਦੋਂ ਫਿਰ ਦੂਸਰੇ ਦਿਨ ਸ਼ਾਮ ਨੂੰ ਹਨੇਰਾ ਢੋਣ ਦੀ ਤਿਆਰੀ ਹੋ ਗਈ ਤੇ ਉਸ ਬੀਬੀ ਦੇ ਮਨ ਵਿੱਚ ਤਰਸ ਆਇਆ, ਉਹਨਾਂ ਦੀ ਨਦਾਨਗੀ ਤੇ ਵੀ ਤੇ ਉਹਨਾਂ ਦੀ ਮਿਹਨਤ ਤੇ ਵੀ। ਇਹ ਵਿਚਾਰੇ ਕਿੰਨੇ ਭੋਲੇ ਨੇ, ਕਿੰਨੇ ਨਾ ਸਮਝ ਨੇ, ਕਿੰਨੇ ਨਾਦਾਨ ਨੇ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੀ ਰਾਤ ਹਨੇਰਾ ਹੀ ਢੋਈ ਜਾਂਦੇ ਨੇ। ਇਸ ਲਈ ਕੋਈ ਨਾ ਕੋਈ ਇਹਨਾਂ ਤੇ ਮੈਨੂੰ ਪਰਉਪਕਾਰ ਕਰਨਾ ਚਾਹੀਦਾ। ਉਸ ਬੀਬੀ ਨੇ ਹੌਸਲਾ ਕੀਤਾ, ਸਾਰੇ ਪਰਿਵਾਰ ਨੂੰ ਬੇਨਤੀ ਕੀਤੀ, ਕਹਿਣ ਲੱਗੀ ਤੁਸੀਂ ਆਰਾਮ ਨਾਲ ਸੌਂ ਜਾਓ, ਅੱਜ ਮੈਂ ਇਕੱਲੀ ਹੀ ਹਨੇਰਾ ਦੂਰ ਕਰ ਦੇਵਾਂਗੀ। ਸਾਰੇ ਹੈਰਾਨ ਹੋਏ, ਅਸੀਂ ਸਾਰਾ ਟੱਬਰ ਤੇ ਹਨੇਰੇ ਨੂੰ ਸਾਰੀ ਰਾਤ ਮਸਾਂ ਢੋ ਕੇ ਬਾਹਰ ਕੱਢਦੇ ਹਾਂ, ਤੂੰ ਇਕੱਲੀ ਇਹਨੇ ਹਨੇਰੇ ਨੂੰ ਕਿਵੇਂ ਦੂਰ ਕਰ ਸਕਦੀ ਹੈ। ਉਹ ਕਹਿੰਦੀ ਬਸ ਤੁਸੀਂ ਬੇਫਿਕਰ ਹੋ ਜਾਓ। ਔਰ ਉਸ ਸਿਆਣੀ ਬੀਬੀ ਨੇ ਚਲੋ ਮਿੱਟੀ ਦਾ ਦੀਵਾ ਬਣਾਇਆ। ਮਿੱਟੀ ਦਾ ਦੀਵਾ ਬਣਾ ਕੇ ਉਹਦੇ ਵਿੱਚ ਸਰੋਂ ਦਾ ਤੇਲ ਪਾਇਆ। ਸਰੋਂ ਦਾ ਤੇਲ ਤਾਂ ਉਸ ਵੇਲੇ ਵੀ ਸੀ। ਸਰੋਂ ਦਾ ਤੇਲ ਪਾ ਕੇ ਉਸਨੇ ਦੀਵਾ ਜਗਾ ਦਿੱਤਾ। ਜਦੋਂ ਦੀਵਾ ਜਗਿਆ ਤੇ ਘਰ ਦਾ ਹਨੇਰਾ ਦੂਰ ਹੋ ਗਿਆ ਤੇ ਉਹ ਜਿਹੜੇ ਘਰ ਵਾਲੇ ਸਨ, ਲੋਕ ਬੜੇ ਖੁਸ਼ ਹੋਏ। ਉਹਨਾਂ ਨੇ ਉਸ ਬੀਬੀ ਦਾ ਬੜਾ ਸਤਿਕਾਰ ਕੀਤਾ। ਕਹਿਣ ਲੱਗੇ ਤੂੰ ਤੇ ਸਾਡੇ ਪਿੰਡ ਵਿੱਚ ਕੋਈ ਦੇਵੀ ਆ ਗਈ ਹੈ, ਤੂੰ ਸਾਡਾ ਹਨੇਰਾ ਦੂਰ ਕਰ ਦਿੱਤਾ ਹੈ, ਤੂੰ ਸਾਨੂੰ ਰੌਸ਼ਨੀ ਦਿੱਤੀ ਹੈ, ਅਸੀਂ ਤੇਥੋਂ ਹੋਰ ਵੀ ਬੜੀ ਆਸ ਰੱਖਦੇ ਹਾਂ। ਇਹ ਇੱਕ ਪੁਰਾਣੀ ਲੋਕ ਕਥਾ ਹੈ। ਜਦੋਂ ਲੋਕ ਬਿਲਕੁਲ ਵਿਚਾਰੇ ਜੰਗਲਾਂ ਵਿੱਚ ਰਹਿੰਦੇ ਸਨ ਤੇ ਹੌਲੀ ਹੌਲੀ ਉਹਨਾਂ ਨੇ ਪ੍ਰਕਾਸ਼ ਵੱਲ ਨੂੰ ਵਧਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਵੀ ਜਿਹੜਾ ਹਨੇਰਾ ਹੈ ਉਹਨੂੰ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਵੀ ਮਨੁੱਖ ਨੇ ਬੜੇ ਯਤਨ ਕੀਤੇ ਨੇ। ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਮਨੁੱਖ ਅਗਿਆਨ ਦਾ ਹਨੇਰਾ ਢੋਂਦਾ ਆ ਰਿਹਾ, ਕੋਈ ਪੂਜਾ ਪਾਠ ਦੁਆਰਾ, ਕੋਈ ਕਿਸੇ ਹੋਰ ਢੰਗ ਤਰੀਕੇ ਦੇ ਨਾਲ, ਪਰ ਇਸ ਤਰ੍ਹਾਂ ਉਹ ਹਨੇਰਾ ਦੂਰ ਨਹੀਂ ਹੁੰਦਾ। ਹਨੇਰੇ ਨੂੰ ਦੂਰ ਕਰਨ ਦਾ ਤਰੀਕਾ ਇੱਕੋ ਹੀ ਹੈ ਬਈ ਤੁਸੀਂ ਦੀਵਾ ਜਗਾਓ, ਰੋਸ਼ਨੀ ਦਾ ਪ੍ਰਬੰਧ ਕਰੋ, ਹਨੇਰੇ ਨਾਲ ਲੜਨ ਦੀ ਕੋਸ਼ਿਸ਼ ਨਾ ਕਰੋ, ਉਹਦੇ ਨਾਲ ਘੁਲਣ ਦੀ ਕੋਸ਼ਿਸ਼ ਨਾ ਕਰੋ, ਬਸ ਤੁਸੀਂ ਰੋਸ਼ਨੀ ਜਗਾਉਣ ਦਾ ਪ੍ਰਬੰਧ ਕਰੋ। ਕਿਉਂਕਿ ਜਦੋਂ ਦੀਵਾ ਬਲ ਪੈਂਦਾ ਤੇ ਹਨੇਰਾ ਦੂਰ ਹੋ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਦੋਂ ਸਤਿਗੁਰੂ ਦੇ ਗਿਆਨ ਦਾ ਦੀਵਾ ਬਲਿਆ, ਉਹਨੇ ਸਾਡੇ ਹਿਰਦੇ ਵਿੱਚ ਗਿਆਨ ਦਾ ਚਾਨਣ ਕਰ ਦਿੱਤਾ ਤੇ ਉਹਦੇ ਨਾਲ ਅਗਿਆਨ ਦਾ ਹਨੇਰਾ ਨਾਸ਼ ਹੋ ਗਿਆ ਹੈ।
ਹਰ ਹਰ ਨਾਮ ਤਿਨੀ ਆਰਾਧਿਆ, ਜਨ ਮਸਤਕ ਧੁਰ ਲਿਖ ਪਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਹੈ ਪਿਆਰੇ ਜੀਓ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਰਾਧਿਆ ਹੈ, ਜਿਨ ਮਸਤਕ ਧੁਰ ਲਿਖ ਪਾਏ ਜੀਓ, ਜਿਨ੍ਹਾਂ ਦੇ ਮੱਥੇ ਤੇ ਧੁਰ ਦਰਗਾਹ ਤੋਂ ਵਾਹਿਗੁਰੂ ਨੇ ਚੰਗੇ ਲੇਖ ਲਿਖੇ ਸਨ। ਉਹਨਾਂ ਗੁਰਮੁਖਾਂ ਪਿਆਰਿਆਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਪ੍ਰਾਪਤ ਕੀਤਾ ਤੇ ਫਿਰ ਨਾਮ ਦੀ ਅੱਗੇ ਕਮਾਈ ਕੀਤੀ। ਹਰ ਨਾਮ ਪਦਾਰਥ ਕਲਯੁਗ ਊਤਮ, ਹਰ ਜਪੀਐ ਸਤਿਗੁਰ ਭਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਪਿਆਰੇ ਜੀਓ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਸ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਪਦਾਰਥ ਹੈ, ਸਭ ਤੋਂ ਅਮੋਲਕ, ਸਭ ਤੋਂ ਸ੍ਰੇਸ਼ਟ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਹਰ ਜਪੀਐ ਸਤਿਗੁਰ ਪਾਏ ਜੀਓ। ਪਰ ਹੈ ਪਿਆਰੇ ਜੀਓ, ਵੀ ਸਤਿਗੁਰੂ ਦੇ ਪਾਏ ਅਨੁਸਾਰ ਹੋ ਕੇ ਸਾਨੂੰ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ। ਹੈ ਪਿਆਰੇ ਜੀਓ, ਹਰ ਹਰ ਮਨ ਪਾਇਆ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੇ ਮਨ ਦੇ ਵਿੱਚ ਪਾਇਆ ਹੈ, ਸਾਡੇ ਮਨ ਵਿੱਚ ਅੱਛਾ ਲੱਗਿਆ। ਪਰਮ ਸੁਖ ਪਾਇਆ, ਜਿਸ ਦਾ ਸਦਕਾ ਸੀ ਪਰਮ ਸੁਖ, ਵਾਹਿਗੁਰੂ ਦੇ ਦਰਸ਼ਨਾਂ ਦਾ, ਪ੍ਰਭੂ ਦੇ ਮਿਲਾਪ ਦਾ ਵੱਡਾ ਸੁਖ ਪ੍ਰਾਪਤ ਕਰ ਲਿਆ। ਹਰ ਲਾਹਾ ਪਦ ਨਿਰਵਾਣ ਜੀਓ। ਹਜ਼ੂਰ ਕਹਿੰਦੇ ਨੇ, ਭਾਈ ਅਸੀਂ ਵਾਹਿਗੁਰੂ ਦੇ ਨਾਮ ਦਾ ਸਦਕਾ ਨਿਰਵਾਣ ਪਦਵੀ ਦਾ ਲਾਹਾ ਵੀ ਪ੍ਰਾਪਤ ਕਰ ਲਿਆ। ਭਾਵ ਵਾਹਿਗੁਰੂ ਦੇ ਨਾਮ ਦੁਆਰਾ ਸਾਨੂੰ ਨਿਰਵਾਣ ਪਦਵੀ, ਜਿਹੜੀ ਵਾਸ਼ਨਾ ਤੋਂ ਰਹਿਤ ਅਥਵਾ ਹਰ ਸ਼ੋਕ ਦਵੰਦਵਾਦ ਤੋਂ ਰਹਿਤ ਜਿਹੜੀ ਨਿਰਵਾਣ ਪਦਵੀ ਹੈ, ਉਹਦਾ ਅਸੀਂ ਲਾਹਾ ਪ੍ਰਾਪਤ ਕਰ ਲਿਆ ਹੈ। ਹਰ ਪ੍ਰੀਤ ਲਗਾਈ ਹਰ ਨਾਮ ਸਖਾਈ, ਭ੍ਰਮ ਚੂਕਾ ਆਵਣ ਜਾਣ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਪ੍ਰੀਤ ਲਗਾਈ, ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਲਾਈ ਹੈ। ਹਰ ਨਾਮ ਸਿਖਾਈ, ਤੇ ਵਾਹਿਗੁਰੂ ਦਾ ਨਾਮ ਸਾਡਾ ਸਿਖਾਈ, ਲੋਕ ਪ੍ਰਲੋਕ ਦਾ ਸਹਾਈ ਮਿੱਤਰ ਬਣਿਆ। ਭ੍ਰਮ ਚੂਕਾ ਆਵਣ ਜਾਣ ਜੀਓ। ਹੁਣ ਨਾਮ ਦਾ ਸਦਕਾ ਸਾਡਾ ਆਉਣ ਜਾਣ ਦਾ ਭਰਮਣ ਵੀ, ਆਉਣ ਜਾਣ ਦਾ ਚੱਕਰ ਵੀ ਖਤਮ ਹੋ ਗਿਆ ਹੈ। ਜਦੋਂ ਕੋਈ ਵੀ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਔਰ ਉਹਦਾ ਆਵਾਗਮਨ ਵੀ ਖਤਮ ਹੋ ਜਾਂਦਾ ਹੈ। ਆਵਣ ਜਾਣਾ ਭ੍ਰਮ ਪਉ ਭਾਗਾ, ਹਰ 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 ਗੁਣ ਗਾਇਆ। ਹਜ਼ੂਰ ਕਹਿੰਦੇ ਨੇ, ਅਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ। ਭਾਵ ਸਿਮਰਨ ਵੀ ਕੀਤਾ ਤੇ ਕੀਰਤਨ ਨਾਲ ਜੁੜੇ, ਜਿਸ ਦਾ ਸਦਕਾ ਆਵਣ ਜਾਣਾ ਭ੍ਰਮ ਪਉ ਭਾਗਾ, ਜਿਹੜਾ ਆਉਣ ਜਾਣ ਦਾ ਭਰਮ ਸੀ ਤੇ ਡਰ ਸੀ, ਭਾਗਾ ਉਹ ਨਾਸ ਹੋ ਗਿਆ ਹੈ। ਜਦੋਂ ਕੋਈ ਵੀ ਮਨੁੱਖ ਵਾਹਿਗੁਰੂ ਦੇ ਸਿਮਰਨ ਦੇ ਨਾਲ ਤੇ ਕੀਰਤਨ ਭਗਤੀ ਨਾਲ ਜੁੜਦਾ ਹੈ, ਉਹਦਾ ਆਉਣ ਜਾਣ ਦਾ ਭਰਮ ਤੇ ਡਰ ਨਾਸ ਹੋ ਜਾਂਦਾ ਹੈ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਹਰ ਹਰ ਨਾਮ ਸਮਾਇਆ। ਹਜ਼ੂਰ ਕਹਿੰਦੇ ਨੇ, ਹੁਣ ਜਨਮਾਂ ਜਨਮਾਂ ਦੇ ਕਿਲ ਵਿਖ ਦਾਸ ਜਿਹੜੇ ਬੱਜਰ ਪਾਪ ਸਨ ਤੇ ਉਹਨਾਂ ਕਰਕੇ ਦੁੱਖ ਭੋਗ ਰਹੇ ਸਾਂ, ਉਹ ਸਾਰੇ ਹੀ ਉਤਰ ਗਏ। ਹਰ ਹਰ ਨਾਮ ਸਮਾਇਆ, ਤੇ ਅਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਹਾਂ, ਕਿਉਂਕਿ ਜਿਸ ਨਾਮ ਦਾ ਸਦਕਾ ਆਉਣ ਜਾਣ ਦਾ ਭਰਮ ਤੇ ਡਰ ਨਾਸ ਹੁੰਦਾ ਹੈ, ਜਿਸ ਵਾਹਿਗੁਰੂ ਦੇ ਨਾਮ ਦਾ ਸਦਕਾ ਜਨਮਾਂ ਜਨਮਾਂ ਦੇ ਦੁੱਖ ਤੇ ਪਾਪ ਨਾਸ ਹੁੰਦੇ ਨੇ। ਤੇ ਇਸ ਲਈ ਅਸੀਂ ਹਰ ਵੇਲੇ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਤਿਨ ਸਫਲ ਜਨਮ ਪਰਵਾਨ ਜੀਓ। ਹਜ਼ੂਰ ਕਹਿੰਦੇ ਨੇ, ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਬਈ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਵਾਹਿਗੁਰੂ ਨੇ ਚੰਗਾ ਭਾਗ ਲਿਖ ਦਿੱਤਾ ਹੈ, ਉਹਨਾਂ ਨੇ ਹੀ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਤਿਨ ਸਫਲ ਜਨਮ ਪਰਵਾਨ ਜੀਓ। ਫਿਰ ਉਹਨਾਂ ਗੁਰਮੁਖਾਂ ਦਾ ਜਨਮ, ਮਨੁੱਖਾ ਜਨਮ ਧਾਰਨ ਕੀਤਾ ਹੋਇਆ ਵੀ ਸਫਲ ਹੋ ਗਿਆ, ਤੇ ਉਹਨਾਂ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਪ੍ਰਵਾਨ ਹੋ ਗਿਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
ਐਸੇ ਮਹਾਂਪੁਰਖਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਸਫਲ ਹੈ, ਉਹਨਾਂ ਦਾ ਜਨਮ ਧਾਰਨ ਕੀਤਾ ਹੋਇਆ ਵੀ ਸਫਲ ਹੈ। ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਹਰ ਹਰ ਮਨ ਪਾਇਆ। ਗੁਰਮੁਖੋ, ਉਹ ਵਾਹਿਗੁਰੂ ਦਾ ਨਾਮ ਸਾਡੇ ਮਨ ਦੇ ਵਿੱਚ ਪਾਇਆ ਹੈ, ਬੜਾ ਅੱਛਾ ਲੱਗਿਆ ਤੇ ਅਸੀਂ ਪਰਮ ਸੁਖ ਪ੍ਰਾਪਤ ਕਰ ਲਿਆ। ਹਰ ਲਾਹਾ ਪਦ ਨਿਰਵਾਣ ਜੀਓ, ਤੇ ਵਾਹਿਗੁਰੂ ਦੇ ਨਾਮ ਦੁਆਰਾ ਅਸੀਂ ਆਤਮਕ ਲਾਹਾ ਵੀ ਪ੍ਰਾਪਤ ਕੀਤਾ ਹੈ ਤੇ ਨਿਰਵਾਣ ਪਦ ਨੂੰ ਵੀ ਪ੍ਰਾਪਤ ਕਰ ਲਿਆ ਹੈ। ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਊਤਮ ਹਰ ਹਰ ਲੋਕ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿੱਠਾ ਤੇ ਪਿਆਰਾ ਲੱਗਿਆ ਹੈ, ਤੇ ਜਨ ਪ੍ਰਧਾਨਾ, ਉਹ ਜਨ ਗੁਰਸਿੱਖ ਮਾਈ ਭਾਈ ਸਾਰਿਆਂ ਦੇ ਵਿੱਚੋਂ ਪ੍ਰਧਾਨ ਮੁਖੀ ਤੇ ਸ੍ਰੇਸ਼ਟ ਬਣ ਗਏ। ਤੇ ਊਤਮ ਹਰ ਹਰ ਲੋਕ ਜੀਓ, ਬਈ ਉਹ ਜਿਹੜੇ ਲੋਕ ਨੇ ਵਾਹਿਗੁਰੂ ਦਾ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਸਤਿਗੁਰੂ ਕਹਿੰਦੇ ਨੇ ਉਹ ਸਾਰਿਆਂ ਦੇ ਨਾਲੋਂ ਉੱਤਮ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਨੇ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਭਲੀ ਭਾਂਤ ਸਪਸ਼ਟ ਕੀਤੀ ਹੈ ਕਿ ਸੰਸਾਰ ਦੇ ਵਿੱਚ ਜੇ ਕੋਈ ਸਭ ਤੋਂ ਉੱਤਮ ਦਰਜਾ ਰੱਖਣ ਵਾਲਾ ਕੋਈ ਮਨੁੱਖ ਹੈ, ਉਹ ਵਾਹਿਗੁਰੂ ਦਾ ਭਗਤ ਹੈ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਦੁਨੀਆ ਵਿੱਚ ਬੜੇ ਬੜੇ ਵਿਦਵਾਨ ਹੁੰਦੇ ਨੇ, ਕੁਝ ਸਮੇਂ ਤੱਕ ਉਹਨਾਂ ਦੀ ਗੱਲ ਦੁਨੀਆ ਵਿੱਚ ਚੱਲਦੀ ਹੈ। ਦੁਨੀਆ ਵਿੱਚ ਸੂਰਮਿਆਂ ਦੀਆਂ ਵੀ ਵਾਰਾਂ ਗਾਈਆਂ ਜਾਂਦੀਆਂ ਨੇ, ਦੁਨੀਆ ਵਿੱਚ ਰਾਜੇ ਮਹਾਰਾਜਿਆਂ ਦਾ ਵੀ ਜਸ ਕੀਤਾ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਪਰ ਭਗਤਾਂ ਦਾ ਰੁਤਬਾ ਸਭ ਤੋਂ ਮਹਾਨ ਹੈ, ਨਾਮ ਜਪਣ ਵਾਲਿਆਂ ਦਾ ਰੁਤਬਾ ਸਭ ਤੋਂ ਉੱਚਾ ਹੈ। ਇਸੇ ਲਈ ਭਾਵੇਂ ਉਹਨਾਂ ਦੇ ਕੋਲੇ ਕੱਖ ਵੀ ਨਾ ਹੋਵੇ, ਇੱਥੋਂ ਤੱਕ ਉਹਨਾਂ ਦੀ ਗਰੀਬੀ ਦੀ ਹਾਲਤ ਹੋਵੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰ ਮਿੰਨਾ, ਮਿੱਤਰ ਨ ਅਠ ਤਨ ਰੂਪਹੀਨ ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਹਜ਼ੂਰ ਕਹਿੰਦੇ, ਜਿਹਦਾ ਮਨ ਵਾਹਿਗੁਰੂ ਦੇ ਨਾਮ ਰਸ ਵਿੱਚ ਭਿੱਜ ਗਿਆ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹ ਦੁਨੀਆ ਦਾ ਬਾਦਸ਼ਾਹ। ਇਹ ਨਾਮ ਜਪਣ ਵਾਲਿਆਂ ਦੀ ਗੱਲ ਹੈ। ਤਿਸਕੀ ਧੂੜ ਮਨ ਉਧਰੈ ਜਿਸ ਹੋਏ ਸੋ ਪ੍ਰਸੰਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹੋ ਜਿਹੇ ਮਹਾਂਪੁਰਖ ਦੇ ਜੇ ਚਰਨਾਂ ਦੀ ਧੂੜ ਵੀ ਮਿਲ ਜਾਵੇ ਨਾ, ਉਹਦੇ ਨਾਲ ਜੀਵ ਦਾ ਉਧਾਰ ਹੋ ਜਾਂਦਾ ਹੈ। ਪਰ ਮਿਲਦੀ ਕਿਹਨੂੰ ਹੈ? ਜਿਸ ਹੋਏ ਸੋ ਪ੍ਰਸੰਨਾ, ਜਿਸ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਵੇ, ਉਹਨੂੰ ਪ੍ਰਭੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲਦੀ ਹੈ ਤੇ ਉਹਨਾਂ ਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਪਿਆਰਾ ਲੱਗਿਆ ਹੈ, ਬਈ ਉਹੀ ਜਨ ਗੁਰਮੁਖ ਪਿਆਰੇ ਸੰਤ ਮਹਾਂਪੁਰਖ ਸਾਰਿਆਂ ਵਿੱਚੋਂ ਪ੍ਰਧਾਨ ਮੁਖੀ ਨੇ ਤੇ ਉਹੀ ਸਾਰਿਆਂ ਤੋਂ ਉੱਤਮ ਦਰਜੇ ਦੇ ਮਾਲਕ ਹਨ। ਹਰ ਨਾਮ ਵਡਾਈ ਹਰ ਨਾਮ ਸਖਾਈ, ਗੁਰ ਸ਼ਬਦੀ ਹਰ ਰਸ ਭੋਗ ਜੀਓ। ਹਜ਼ੂਰ ਕਹਿੰਦੇ ਨੇ, ਹਰ ਨਾਮ ਵਡਾਈ, ਉਹਨਾਂ ਮਹਾਂਪੁਰਖਾਂ ਨੂੰ ਵਾਹਿਗੁਰੂ ਦੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਮੰਨੀ ਗਈ ਹੈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਹੋਰ ਸਭ ਵਡਿਆਈਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਨੇ। ਇਸ ਲਈ ਨਾਮ ਦੀ ਵਡਿਆਈ ਉਹਨਾਂ ਨੂੰ ਮਿਲੀ ਹੈ। ਹਰ ਨਾਮ ਸਿਖਾਈ, ਤੇ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਿਖਾਈ ਅਸਲੀ ਮਿੱਤਰ ਬਣਿਆ ਹੈ। ਗੁਰ ਸ਼ਬਦੀ ਹਰ ਰਸ ਭੋਗ ਜੀਓ, ਉਹ ਗੁਰੂ ਕੇ ਸ਼ਬਦ ਦੁਆਰਾ, ਭਾਵ ਗੁਰੂ ਦੀਖਿਆ ਮੰਤਰ ਲੈ ਕੇ, ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਹਰ ਰਸ ਭੋਗ ਜੀਓ, ਉਹ ਵਾਹਿਗੁਰੂ ਦੇ ਨਾਮ ਰਸ ਨੂੰ ਮਾਣਦੇ ਨੇ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹ ਗੁਰੂ ਉਪਦੇਸ਼ ਨੂੰ ਲੈ ਕੇ, ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਵੀ ਆਖਿਆ ਸੀ, ਹਰ ਜਪੀਐ ਸਤਿਗੁਰ ਪਾਏ ਜੀਓ। ਜੇ ਤੁਸੀਂ ਨਾਮ ਜਪਣਾ ਹੈ ਤੇ ਸਤਿਗੁਰੂ ਦੇ ਅਨੁਸਾਰ ਹੋ ਕੇ ਜਪੋ, ਗੁਰੂ ਦੀ ਛਤਰ ਛਾਇਆ ਮਿਹਰ ਦੇ ਪਾਤਰ ਹੋ ਕੇ ਜਪੋ, ਤੇ ਫਿਰ ਤੁਹਾਡਾ ਨਾਮ ਜਪਿਆ ਸਫਲ ਹੋਵੇਗਾ। ਇੱਥੇ ਵੀ ਸਤਿਗੁਰੂ ਕਹਿੰਦੇ ਨੇ, ਗੁਰ ਸ਼ਬਦੀ ਹਰ ਰਸ ਭੋਗ ਜੀਓ,
ਉਹ ਗੁਰਮੁਖ ਪਿਆਰੇ ਗੁਰੂ ਸ਼ਬਦ ਗੁਰ ਉਪਦੇਸ਼ ਰਾਹੀਂ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਦੇ ਨੇ, ਨਾਮ ਰਸ ਨੂੰ ਮੰਨਦੇ ਹਨ। ਹਰ ਰਸ ਭੋਗ ਮਹਾ ਨਿਰਜੋਗ, ਵਡਭਾਗੀ ਹਰ ਰਸ ਪਾਇਆ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਦੇ ਨੇ ਤੇ ਮਹਾ ਨਿਰਜੋਗ। ਫਿਰ ਉਹ ਮਹਾ ਨਿਰਜੋਗ ਦੁਨੀਆ ਦੇ ਵਿੱਚ ਨਿਰਲੇਪ ਤੇ ਅਸੰਗ ਹੋ ਕੇ ਵਿਚਰਦੇ ਨੇ, ਬਰਾਕਤ ਹੋ ਕੇ, ਅਤੀਤ ਹੋ ਕੇ, ਵੈਰਾਗੀ ਹੋ ਕੇ ਸੰਸਾਰ ਵਿੱਚ ਵਿਚਰਦੇ ਨੇ। ਨਿਰਜੋਗ ਦਾ ਅਰਥ ਹੈ ਵੀ ਜਿਸ ਦਾ ਕਿਸੇ ਵਸਤੂ ਨਾਲ ਸੰਬੰਧ ਨਾ ਰਵੇ। ਨਿਰਜੋਗ, ਜੋਗ ਕਹਿੰਦੇ ਨੇ ਸੰਬੰਧ ਨੂੰ, ਜੋੜ ਨੂੰ, ਜਿਸ ਦਾ ਕਿਸੇ ਨਾਲ ਕੋਈ ਜੋੜ ਮੇਲ ਤਾਲਮੇਲ ਨਾ ਰਵੇ। ਭਾਵ ਬਰਕਤ ਤੇ ਅਤੀਤ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਹੁਣ ਸੰਨਿਆਸੀ ਬਣ ਗਏ। ਹਜ਼ੂਰ ਕਹਿੰਦੇ ਨੇ ਹਰ ਰਸ ਭੋਗ, ਉਹ ਮਹਾਂਪੁਰਖ ਜਿਹੜੇ ਵਾਹਿਗੁਰੂ ਦੇ ਨਾਮ ਰਸ ਨੂੰ ਮੰਨਦੇ ਹਨ, ਮਹਾ ਨਿਰਜੋਗ, ਬਈ ਉਹ ਬੜੇ ਉੱਚੇ ਦਰਜੇ ਦੇ ਸੰਨਿਆਸੀ ਨੇ, ਬੜੇ ਉੱਚੀ ਕੁਆਲਿਟੀ ਦੇ ਉਹ ਇੱਕ ਬਰਕਤ ਮਹਾਂਪੁਰਖ ਨੇ। ਵਡਭਾਗੀ ਹਰ ਰਸ ਪਾਇਆ, ਉਹਨਾਂ ਵਡਭਾਗੀਆਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ ਹੈ। ਸੇ ਧਨ ਵੱਡੇ ਸਤਿਪੁਰਖਾ ਪੂਰੇ, ਜਿਨ ਗੁਰਮਤਿ ਨਾਮ ਤੇ ਆਇਆ। ਲੋ ਫਿਰ ਉਸੇ ਗੁਰਮਤਿ ਨਾਮ ਦੀ ਸਤਿਗੁਰੂ ਮਹਾਰਾਜ ਦ੍ਰਿੜਤਾ ਕਰਵਾਉਂਦੇ ਨੇ। ਗੁਰਮੁਖੋ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਨਾਮ ਨੂੰ ਧਿਆਇਆ। ਗੁਰੂ ਦੀ ਮੱਤ ਜ਼ਰੂਰੀ ਹੈ। ਜਿਨ ਗੁਰਮਤਿ ਨਾਮ ਤੇ ਆਇਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਨੂੰ ਧਿਆਇਆ ਹੈ। ਸੇ ਧਨ ਵੱਡੇ ਸਤਿਪੁਰਖਾ ਪੂਰੇ, ਬਈ ਉਹ ਧਨਤਾ ਯੋਗ ਨੇ, ਸਤਿਪੁਰਖ ਉਹ ਸਭ ਤੋਂ ਵੱਡੇ ਨੇ ਤੇ ਉਹੀ ਭਾਈ ਪੂਰੇ ਪੂਰਨ ਮਹਾਂਪੁਰਖ ਨੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਲੈ ਕੇ ਨਾਮ ਨੂੰ ਧਿਆਇਆ ਹੈ। ਜਨ ਨਾਨਕ ਰੇਣ ਮੰਗੈ ਪਗ ਸਾਧ, ਮਨ ਚੂਕਾ ਸੋਗ ਵਿਜੋਗ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਦਾਸ ਨਾਨਕ ਐਸੇ ਸਾਧੂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਤੇਰੇ ਚਾਕਰਾਂ ਪਾ ਖਾਕ, ਪਾ ਖਾਕ ਵੀ ਪੈਰਾਂ ਦੀ ਖਾਕ, ਚਰਨਾਂ ਦੀ ਧੂੜ। ਜਨ ਨਾਨਕ ਰੇਣ ਮੰਗੈ ਪਗ ਸਾਧ, ਮੈਂ ਐਸੇ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਮਨ ਚੂਕਾ ਸੋਗ ਵਿਜੋਗ ਜੀਓ, ਜਿਨ੍ਹਾਂ ਦੇ ਮਨ ਦੇ ਵਿੱਚੋਂ ਸੋਗ ਤੇ ਵਿਜੋਗ ਦੋਵੇਂ ਹੀ ਖਤਮ ਹੋ ਗਏ ਨੇ। ਸੋਗ ਤੇ ਵਿਜੋਗ ਕਦੋਂ ਹੁੰਦੇ ਨੇ? ਜਦੋਂ ਕੋਈ ਪਿਆਰੀ ਚੀਜ਼ ਵਿਛੜਦੀ ਹੈ, ਉਹਨੂੰ ਕਹਿੰਦੀ ਹੈ ਵਿਜੋਗ, ਵੀ ਵਿਜੋਗ ਹੋ ਗਿਆ, ਵਿਛੜ ਗਈ ਹੈ। ਕੋਈ ਸਾਡਾ ਸੰਬੰਧੀ, ਕੋਈ ਰਿਸ਼ਤੇਦਾਰ ਚੜ੍ਹਾਈ ਕਰ ਜਾਂਦਾ, ਕਹਿੰਦੇ ਵੀ ਸਾਨੂੰ ਵਿਜੋਗ ਦੇ ਗਿਆ। ਵਿਛੋੜੇ ਨੂੰ ਵਿਜੋਗ ਕਹਿੰਦੇ ਨੇ। ਤੇ ਜਦੋਂ ਕੋਈ ਪਿਆਰਾ ਵਿਛੜ ਜਾਂਦਾ ਹੈ, ਕੋਈ ਪਿਆਰੀ ਵਸਤੂ ਵਿਛੜ ਜਾਂਦੀ, ਉਸ ਤੋਂ ਬਾਅਦ ਫਿਰ ਸਾਡੇ ਮਨ ਦੀ ਜਿਹੜੀ ਮਨਫੀ ਹਾਲਤ ਹੁੰਦੀ ਹੈ, ਉਹਨੂੰ ਕਹਿੰਦੇ ਆ ਸੋਗ, ਵੀ ਹੁਣ ਸੋਗ ਪੈ ਗਿਆ। ਕੋਈ ਸਾਡਾ ਅਤੀ ਮਿੱਤਰ ਸਨੇਹੀ ਚਲਿਆ ਜਾਵੇ, ਵਿਛੋੜਾ ਦੇ ਜਾਵੇ, ਤੇ ਫਿਰ ਸਾਡੇ ਮਨ ਦੇ ਵਿੱਚ ਸੋਗ ਗਮ ਪੈਦਾ ਹੁੰਦਾ। ਲੋ ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚੋਂ ਸੋਗ ਤੇ ਵਿਜੋਗ ਦੋਵੇਂ ਹੀ ਖਤਮ ਹੋ ਗਏ ਨੇ। ਭਾਵ ਜਿਨ੍ਹਾਂ ਦੇ ਮਨ ਉੱਤੇ ਆਏ ਹਰਖ ਨਾ ਗਏ ਸੋਗ ਵਾਲੀ ਅਵਸਥਾ ਵਾਪਰਦੀ ਹੈ। ਬਈ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੈਂ ਮੰਗਦਾ ਹਾਂ। ਪਰ ਇਹੋ ਜਿਹੇ ਗੁਰਮੁਖ ਪਿਆਰੇ ਗੁਰਸਿੱਖ ਵਿਰਲੇ ਹੁੰਦੇ ਨੇ। ਨਹੀਂ ਤੇ ਜਿਹੜਾ ਮਾਇਆ ਦਾ ਮੋਹ ਹੈ, ਸੰਸਾਰ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਉਹਦਾ ਹਰ ਵਿਅਕਤੀ ਦੇ ਮਨ ਉੱਤੇ ਕੁਝ ਨਾ ਕੁਝ ਅਸਰ ਹੁੰਦਾ ਹੀ ਹੁੰਦਾ ਹੈ। ਜਦੋਂ ਤੇ ਕੋਈ ਬੇਗਾਨਾ ਮਰਦਾ, ਉਸ ਵੇਲੇ ਸਾਨੂੰ ਇੰਨਾ ਦੁੱਖ ਨਹੀਂ ਹੁੰਦਾ। ਜਦੋਂ ਕੋਈ ਆਪਣਾ ਮਰਦਾ, ਆਪਣਾ ਵਿਛੋੜਾ ਦਿੰਦਾ, ਫਿਰ ਮਨ ਨੂੰ ਦੁੱਖ ਮਹਿਸੂਸ ਹੁੰਦਾ, ਫਿਰ ਸੋਗ ਪੈਂਦਾ। ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਹਰ ਰਸ ਭੋਗ ਮਹਾ ਨਿਰਜੋਗ, ਜਿਹੜੇ ਵਾਹਿਗੁਰੂ ਦੇ ਨਾਮ ਰਸ ਨੂੰ ਭੋਗ ਕੇ ਤੇ ਮਹਾ ਨਿਰਜੋਗ ਅਵਸਥਾ ਨੂੰ, ਬਹੁਤ ਬਰਕਤ ਤੇ ਸੰਨਿਆਸੀ ਸਾਧੂਆਂ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ, ਤੇ ਫਿਰ ਉਹਨਾਂ ਦੇ ਉੱਤੇ ਸੋਗ ਵਿਜੋਗ ਦਾ ਕੋਈ ਅਸਰ ਨਹੀਂ ਹੁੰਦਾ। ਜਦੋਂ ਆਪਾਂ ਗੁਰੂ ਕਾ ਇਤਿਹਾਸ ਪੜ੍ਹਦੇ ਹਾਂ, ਕੁਝ 94 ਐਸੇ ਗੁਰਸਿੱਖਾਂ ਦਾ ਜ਼ਿਕਰ ਵੀ ਆਉਂਦਾ ਹੈ। ਭਾਈ ਭਿਖਾਰੀ ਜੀ ਗੁਜਰਾਤ ਵਿੱਚ ਰਹਿੰਦੇ ਸਨ। ਉਹਨਾਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਸੀ। ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਜੁੜੇ ਹੋਏ, ਮੋਹ ਮਾਇਆ ਤੋਂ ਨਿਰਜੋਗ ਹੋ ਕੇ, ਨਿਰਲੇਪ ਹੋ ਕੇ ਵਰਤ ਰਹੇ ਸਨ। ਇਹ ਕੋਈ ਗੁਰਮੁਖ ਸਿੱਖ ਆਇਆ,
ਉਸਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਬੇਨਤੀ ਕੀਤੀ। ਕਹਿਣ ਲੱਗਾ, ਮਹਾਰਾਜ ਮੈਨੂੰ ਸਨਮੁਖ ਸਿੱਖ ਦੇ ਦਰਸ਼ਨ ਕਰਵਾਓ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸਨੂੰ ਭਾਈ ਭਿਖਾਰੀ ਜੀ ਕੋਲ ਘੱਲ ਦਿੱਤਾ। ਜਦੋਂ ਗੁਰਮੁਖ ਸਿੱਖ ਗੁਜਰਾਤ ਭਾਈ ਭਿਖਾਰੀ ਜੀ ਦੇ ਘਰ ਆਇਆ, ਕੀ ਵੇਖਦਾ ਹੈ, ਉਹਨਾਂ ਦੇ ਪੁੱਤਰ ਦਾ ਵਿਆਹ ਰੱਖਿਆ ਹੋਇਆ। ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਇੱਕ ਪਾਸੇ ਭਾਈ ਸਾਹਿਬ ਭਾਈ ਭਿਖਾਰੀ ਜੀ ਉਹ ਬੈਠੇ ਕੋਈ ਤਪੜੀਆਂ ਜੀਆਂ ਸਿਉਂ ਰਹੇ ਸਨ ਤੇ ਕੁਝ ਹੋਰ ਸਮੱਗਰੀ ਇਕੱਤਰ ਕਰ ਰਹੇ ਸਨ। ਜਦੋਂ ਗੁਰਮੁਖ ਸਿੱਖ ਨੇ ਜਾ ਕੇ ਘਰ ਪੈਰ ਪਾਇਆ ਤੇ ਵਿਆਹ ਦਾ ਸਾਰਾ ਮਾਹੌਲ ਵੇਖ ਕੇ ਤੇ ਸਾਰੇ ਪਰਿਵਾਰ ਨੂੰ ਤੇ ਭਾਈ ਸਾਹਿਬ ਨੂੰ ਕੰਮਕਾਰ ਦੇ ਵਿੱਚ ਸੰਲਗਨ ਹੋਇਆ ਵੇਖ ਕੇ ਮਨ ਵਿੱਚ ਸ਼ੱਕ ਹੋਇਆ ਬਈ ਮੈਂ ਤੇ ਬੜੀ ਦੂਰੋਂ ਇੰਨਾ ਸਫ਼ਰ ਤੈਅ ਕਰਕੇ ਪੈਦਲ ਚੱਲ ਕੇ ਗੁਜਰਾਤ ਵਿੱਚ ਆਇਆ ਹਾਂ, ਪਰ ਮੈਨੂੰ ਤੇ ਇੱਥੇ ਕੁਛ ਹੋਰ ਹੀ ਜਾਪ ਰਿਹਾ ਹੈ। ਜਿਵੇਂ ਹੋਰ ਦੁਨਿਆਵੀ ਲੋਕ ਆਪਣੇ ਕੰਮ ਧੰਦਿਆਂ ਵਿੱਚ ਮਸ਼ਰੂਫ ਹੁੰਦੇ ਨੇ, ਇਸੇ ਤਰ੍ਹਾਂ ਭਾਈ ਭਿਖਾਰੀ ਜੀ ਵੀ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਹੋਏ ਨੇ। ਮੈਂ ਇੰਨੀ ਦੂਰੋਂ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਮਹਾਰਾਜ ਨੇ ਭੇਜਿਆ ਵੀ ਜੇ ਸਨਮੁਖ ਸਿੱਖ ਦੇ ਦਰਸ਼ਨ ਕਰਨੇ ਨੇ ਤੇ ਗੁਜਰਾਤ ਵਿੱਚ ਜਾਓ। ਮਨ ਹੀ ਮਨ ਦੇ ਵਿੱਚ ਸੋਚ ਰਿਹਾ ਸੀ। ਜਦੋਂ ਰਾਤ ਦਾ ਸਮਾਂ ਹੋਇਆ, ਭਾਈ ਭਿਖਾਰੀ ਜੀ ਉਸ ਗੁਰਮੁਖ ਸਿੱਖ ਦੇ ਕੋਲ ਆਏ ਤੇ ਆ ਕੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਚਰਨ ਧੋਤੇ। ਕਹਿਣ ਲੱਗੇ, ਤੁਸੀਂ ਸਾਡੇ ਸਤਿਗੁਰੂ ਕੋਲੋਂ ਆਏ ਹੋ, ਮੈਂ ਗੁਸਤਾਖੀ ਲਈ ਮੁਆਫੀ ਮੰਗਦਾ ਹਾਂ ਤੇ ਤੁਸੀਂ ਸਫ਼ਰ ਕਰਕੇ ਆਏ ਸੀ। ਮੈਂ ਸੋਚਿਆ ਤੁਸੀਂ ਕੁਝ ਸਮਾਂ ਆਰਾਮ ਕਰ ਲਓ, ਫਿਰ ਮੈਂ ਤੁਹਾਡੇ ਕੋਲੇ ਬੈਠ ਕੇ ਗੁਰੂ ਦੇ ਬਚਨ ਬਲਾਸ ਸੁਣਾਂਗਾ ਤੇ ਹੁਣ ਜਿੰਨਾ ਸਮਾਂ ਤੁਸੀਂ ਕਹੋ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਉਹ ਗੁਰਸਿੱਖ ਕਹਿਣ ਲੱਗਾ, ਭਾਈ ਸਾਹਿਬ ਜੀ ਬਈ ਮੈਨੂੰ ਇਹ ਦੱਸੋ ਬਈ ਜਿਵੇਂ ਹੋਰ ਦੁਨੀਆ ਦੇ ਲੋਕ ਆਪਣੇ ਕਾਰ ਵਿਹਾਰਾਂ ਦੇ ਵਿੱਚ ਮਸਤ ਨੇ ਤੇ ਤੁਸੀਂ ਵੀ ਉਹਨਾਂ ਵਾਂਗੂ ਕੰਮਾਂ ਕਾਰਾਂ ਦੇ ਵਿੱਚ ਹੀ ਮਸਤ ਹੋ ਤੇ ਮੈਂ ਬੜੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਮੈਨੂੰ ਦੱਸੋ ਹੋਰ ਦੁਨੀਆ ਦੇ ਲੋਕਾਂ ਵਿੱਚ ਤੇ ਤੁਹਾਡੇ ਵਿੱਚ ਫਰਕ ਕੀ ਹੈ। ਭਾਈ ਸਾਹਿਬ ਹੱਸ ਪਏ, ਕਹਿਣ ਲੱਗੇ ਬਈ ਇਹਦਾ ਹਾਲੇ ਅਸੀਂ ਕੁਝ ਨਹੀਂ ਜਵਾਬ ਦੇ ਸਕਦੇ, ਸਮਾਂ ਆਵੇਗਾ ਆਪੇ ਤੈਨੂੰ ਜਵਾਬ ਮਿਲ ਜਾਵੇਗਾ। ਤੇ ਜਦੋਂ ਇੰਨੀ ਗੱਲ ਆਖੀ ਉਹ ਗੁਰਸਿੱਖ ਚੁੱਪ ਕਰ ਗਿਆ। ਦੂਸਰੇ ਦਿਨ ਬਰਾਤ ਚੜੀ, ਚਾਵਾਂ ਤੇ ਮਲਹਾਰਾਂ ਦੇ ਨਾਲ ਪੁੱਤਰ ਦਾ ਵਿਆਹ ਹੋਇਆ ਤੇ ਪੁੱਤਰ ਆਪਣੀ ਪਤਨੀ ਨੂੰ ਵਿਆਹ ਕੇ ਤੇ ਆਪਣੇ ਘਰ ਲੈ ਆਇਆ। ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਨੇ, ਸਾਰੇ ਸ਼ਗਨ ਕੀਤੇ ਜਾ ਰਹੇ ਨੇ ਤੇ ਪਰ ਦੱਸਦੇ ਨੇ ਜਦੋਂ ਪਹਿਲੀ ਰਾਤ ਹੀ ਭਾਈ ਭਿਖਾਰੀ ਜੀ ਦਾ ਪੁੱਤਰ ਵਿਆਹ ਕਰਵਾ ਕੇ ਤੇ ਆਪਣੀ ਲਾੜੀ ਨੂੰ ਪਤਨੀ ਨੂੰ ਘਰ ਦੇ ਵਿੱਚ ਲਿਆਇਆ, ਉਸ ਦਿਨ ਪਿੰਡ ਦੇ ਵਿੱਚ ਕੁਦਰਤੀ ਕੋਈ ਲੜਾਈ ਹੋਈ। ਉਸ ਲੜਾਈ ਦੇ ਵਿੱਚ ਭਾਈ ਭਿਖਾਰੀ ਜੀ ਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ ਬਈ ਤੂੰ ਜਾ ਕੇ ਉਹਨਾਂ ਦੀ ਲੜਾਈ ਬੰਦ ਕਰਵਾ। ਜਦੋਂ ਲੜਾਈ ਬੰਦ ਕਰਵਾਉਣ ਵਾਸਤੇ ਭਾਈ ਸਾਹਿਬ ਦਾ ਪੁੱਤਰ ਗਿਆ ਬਈ ਕਿਸੇ ਦੁਸ਼ਟ ਨੇ ਉਹਨੂੰ ਗੋਲੀ ਮਾਰ ਦਿੱਤੀ। ਉਹ ਜਵਾਨ ਪੁੱਤਰ ਜਿਸ ਦਾ ਕੱਲ ਵਿਆਹ ਸੀ, ਦੂਸਰੇ ਦਿਨ ਔਰ ਉਹਨੂੰ ਸ਼ਹੀਦੀ ਦਾ ਜਾਮ ਪੀਣਾ ਪੈ ਗਿਆ। ਹੁਣ ਕਿੱਡਾ ਵੱਡਾ ਦੁੱਖ ਹੋਵੇਗਾ, ਸੰਸਾਰਿਕ ਦ੍ਰਿਸ਼ਟੀਕੋਣ ਤੋਂ ਜਰਾ ਸੋਚਣ ਦੀ ਲੋੜ ਹੈ। ਤੇ ਗੁਰਸਿੱਖ ਦੀ ਅਵਸਥਾ ਕਿੰਨੀ ਉੱਚੀ ਹੋਣੀ ਚਾਹੀਦੀ ਹੈ। ਮਨ ਚੂਕਾ ਸੋਗ ਵਿਜੋਗ ਜੀਓ। ਹੁਣ ਜਦੋਂ ਭਾਈ ਸਾਹਿਬ ਦਾ ਨੌਜਵਾਨ ਪੁੱਤਰ, ਉਹ ਵੀ ਆਪ ਲੜਾਈ ਵਿੱਚ ਨਹੀਂ ਸੀ, ਉਹ ਸੁਲਹ ਸਫਾਈ ਕਰਾਉਣ ਵਾਸਤੇ ਗਿਆ ਸੀ, ਕਿਸੇ ਦੁਸ਼ਟ ਨੇ ਉਹਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ। ਭਾਈ ਸਾਹਿਬ ਨੂੰ ਇਸ ਗੱਲ ਦੀ ਖਬਰ ਮਿਲੀ, ਭਾਈ ਸਾਹਿਬ ਜੀ ਤੁਹਾਡਾ ਪੁੱਤਰ ਸ਼ਹੀਦ ਹੋ ਗਿਆ। ਭਾਈ ਸਾਹਿਬ ਜੀ ਕਹਿਣ ਲੱਗੇ, ਚਲੋ ਜੋ ਰੱਬ ਦਾ ਭਾਣਾ, ਜਿਸ ਦੀ ਅਮਾਨਤ ਸੀ ਉਹਦੇ ਚਰਨਾਂ ਵਿੱਚ ਪਹੁੰਚ ਗਈ, ਚਲੋ ਉਸ ਦਾ ਸ਼ੁਕਰਗੁਜ਼ਾਰ ਅਸੀਂ ਸ਼ੁਕਰ ਕਰਦੇ ਹਾਂ। ਜਦੋਂ ਇੰਨੀ ਗੱਲ ਹੋਈ ਭਾਈ ਸਾਹਿਬ ਤਾਂ ਅਡੋਲ ਰਹੇ। ਬਾਕੀ ਜਿਹੜੇ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਆਏ ਹੋਏ ਸਨ, ਉਹ ਸਾਰੇ ਹੀ ਇਹ ਖਬਰ ਸੁਣਦਿਆਂ ਸਾਰ ਤੇ ਸਾਰੇ ਹੈਰਾਨ ਹੋ ਗਏ। ਉਸੇ ਘਰ ਦੇ ਵਿੱਚ ਜਿੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਔਰ ਉੱਥੇ ਹੁਣ ਕੀਰਨੇ ਪੈਣ ਲੱਗ ਪਏ ਨੇ, ਰੋਣਾ ਧੋਣਾ ਸ਼ੁਰੂ ਹੋ ਗਿਆ। ਪਰ ਭਾਈ ਸਾਹਿਬ ਸਭ ਨੂੰ ਦਿਲਾਸਾ ਦਿੰਦੇ ਨੇ, ਕਹਿਣ ਲੱਗੇ, ਗੁਰਮੁਖੋ ਜੇ ਕਿਸੇ ਨੇ ਰੋਣਾ ਉਹ ਸਾਡੇ ਘਰ ਨਹੀਂ ਰਹਿ ਸਕਦਾ, ਜਿਹਨੇ ਰੋਣਾ ਸਾਡੇ ਘਰੋਂ ਬਾਹਰ ਚਲੇ ਜਾਓ,
ਅਸੀਂ ਆਪਣੇ ਘਰ ਕਿਸੇ ਨੂੰ ਰੋਣ ਨਹੀਂ ਦੇਣਾ। ਗੁਰਮੁਖਾਂ ਦੀ ਅਵਸਥਾ ਬੜੀ ਉੱਚੀ ਹੁੰਦੀ ਹੈ। ਤੇ ਜਦੋਂ ਕਿਸੇ ਨੂੰ ਰੋਣ ਨਾ ਦੇਣ ਤੇ ਸਾਰੇ ਹੈਰਾਨ ਹੋਏ। ਕਹਿੰਦੇ ਨੌਜਵਾਨ ਪੁੱਤਰ ਤੁਹਾਡਾ ਚੜ੍ਹਾਈ ਕੀਤਾ ਹੋਵੇ ਤੇ ਤੁਸੀਂ ਕਿਸੇ ਨੂੰ ਰੋਣ ਵੀ ਨਹੀਂ ਦਿੰਦੇ। ਉਹ ਕਹਿੰਦੇ ਰੋ ਕੇ ਕੀ ਮਿਲੇਗਾ? ਜੇ ਤਾਂ ਰੋ ਕੇ ਕੁਛ ਮਿਲੇ ਤਾਂ ਤੁਸੀਂ ਦੱਸੋ, ਫਿਰ ਤਾਂ ਰੋ ਸਕਦੇ ਹੋ। ਪਰ ਮੈਨੂੰ ਸਤਿਗੁਰੂ ਦਾ ਹੁਕਮ ਹੈ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੋ। ਤੁਸੀਂ ਕੀਰਤਨ ਕਰ ਸਕਦੇ ਹੋ, ਬਾਣੀ ਪੜ੍ਹ ਸਕਦੇ ਹੋ, ਸਿਮਰਨ ਕਰ ਸਕਦੇ ਹੋ, ਪਰ ਰੋਣ ਦੀ ਗੱਲ ਨਹੀਂ ਇੱਥੇ ਹੋ ਸਕਦੀ। ਸਭ ਨੂੰ ਗੁਰਮਰਜ਼ਾਦਾ ਅਨੁਸਾਰ ਸਿੱਖਿਆ ਬਖਸ਼ੀ ਤੇ ਫਿਰ ਆਪਣੇ ਜਵਾਨ ਪੁੱਤਰ ਦਾ ਆਪਣੇ ਹੱਥੀਂ ਸੰਸਕਾਰ ਵੀ ਕੀਤਾ। ਉਦੋਂ ਵੀ ਨਹੀਂ ਰੋਏ। ਆਪਣੇ ਹੱਥੀਂ ਚਿਖਾ ਨੂੰ ਅੱਗ ਦਿੱਤੀ। ਉਸ ਵੇਲੇ ਵੀ ਆਪ ਅਰਦਾਸ ਕੀਤੀ, ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੋ। ਤੇ ਹੁਣ ਜਦੋਂ ਬਿਲਕੁਲ ਭਾਣੇ ਦੀ ਹੱਦ ਹੋ ਚੁੱਕੀ ਸੀ ਤੇ ਭਾਈ ਸਾਹਿਬ ਨੇ ਫਿਰ ਆਪਣੇ ਘਰ ਦੇ ਵਿੱਚ ਆ ਕੇ ਬਾਣੀ ਦਾ ਪਾਠ ਆਰੰਭ ਕਰਵਾ ਦਿੱਤਾ ਤੇ ਉਹਨਾਂ ਦਾ ਦੁਸਹਿਰਾ ਮਨਾਇਆ। ਦੁਸਹਿਰੇ ਤੋਂ ਬਾਅਦ ਸਾਰੀਆਂ ਰਸਮਾਂ ਸੰਪੂਰਨ ਕੀਤੀਆਂ। ਉਹ ਗੁਰਮੁਖ ਸਿੱਖ ਸਾਰਾ ਕੁਝ ਵੇਖਦਾ ਰਿਹਾ। ਉਹਨੇ ਨੇੜੇ ਹੋ ਕੇ ਭਾਈ ਸਾਹਿਬ ਨੂੰ ਨਿਰਖਣ ਪਰਖਣ ਦੀ ਕੋਸ਼ਿਸ਼ ਕੀਤੀ। ਪੁੱਤਰ ਦਾ ਵਿਆਹ ਹੋਇਆ। ਉਸ ਵੇਲੇ ਭਾਈ ਸਾਹਿਬ ਦੇ ਮਨ ਉੱਤੇ ਕੋਈ ਖੁਸ਼ੀ ਦਾ ਕੋਈ ਬਹੁਤਾ ਨਹੀਂ ਸੀ ਉਹਨੂੰ ਪ੍ਰਭਾਵ ਦਿਖਾਈ ਦਿੱਤਾ। ਤੇ ਹੁਣ ਜਦੋਂ ਨੌਜਵਾਨ ਪੁੱਤਰ ਚੜ੍ਹਾਈ ਕਰ ਗਿਆ, ਕੋਈ ਗਮੀ ਦਾ ਪ੍ਰਭਾਵ ਵੀ ਦਿਖਾਈ ਨਾ ਦਿੱਤਾ। ਮਨ ਵਿੱਚ ਬੜਾ ਹੈਰਾਨ ਹੋਇਆ। ਕਹਿੰਦਾ ਅੱਜ ਪਤਾ ਲੱਗਿਆ ਵੀ ਸਨਮੁਖ ਸਿੱਖ ਦੀ ਅਵਸਥਾ ਕੀ ਹੁੰਦੀ ਹੈ। ਫਿਰ ਉਹਨੇ ਭਾਈ ਸਾਹਿਬ ਨੂੰ ਇੱਕ ਪਾਸੇ ਲਿਜਾ ਕੇ ਬੇਨਤੀ ਕੀਤੀ। ਕਹਿਣ ਲੱਗਾ, ਭਾਈ ਸਾਹਿਬ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਏਡੀ ਵੱਡੀ ਬਖਸ਼ਿਸ਼ ਹੈ ਤੇ ਜੇ ਤੁਹਾਨੂੰ ਇਸ ਗੱਲ ਦਾ ਪਤਾ ਸੀ ਮੇਰੇ ਨੌਜਵਾਨ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ ਤੇ ਤੁਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਜਿਵੇਂ ਕਿ ਆਮ ਅਸੀਂ ਲੋਕ ਕਰਦੇ ਹੀ ਹਾਂ, ਸਾਡੇ ਪੁੱਤਰ ਨੂੰ ਚਿਰੰਜੀਵੀ ਕਰੋ, ਸਾਡੇ ਪੁੱਤਰ ਨੂੰ ਲੰਬੀ ਆਯੂ ਬਖਸ਼ੋ। ਤੇ ਤੁਸੀਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ, ਤੁਹਾਡੀ ਤਾਂ ਸਤਿਗੁਰੂ ਨੇ ਜ਼ਰੂਰ ਆਸ ਪੂਰੀ ਕਰਨੀ ਹੀ ਸੀ। ਤੇ ਭਾਈ ਸਾਹਿਬ ਦਾ ਜਵਾਬ ਕੀ ਸੀ? ਗੱਲ ਸੋਚਣ ਵਾਲੀ ਹੈ। ਅਸੀਂ ਵੀ ਗੁਰੂ ਦੇ ਸਿੱਖ ਬਣੇ ਹੋਏ ਹਾਂ। ਭਾਈ ਸਾਹਿਬ ਕਹਿਣ ਲੱਗੇ, ਬਈ ਗੁਰਮੁਖੋ, ਜਿੰਨੀ ਉਮਰ ਕਿਸੇ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ngਣ ਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਨ ਤਿਲ ਸਾਰ, ਉਹ ਨਾ ਘਟ ਸਕਦੀ ਨਾ ਵੱਧ ਸਕਦੀ ਹੈ। ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਜਦੋਂ ਸੱਦਾ ਆ ਜਾਂਦਾ ਸਭ ਨੂੰ ਜਾਣਾ ਪੈਂਦਾ। ਨਹਿ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੁਝੀਏ ਜੋ ਆਏ ਪਰੈ ਜਮ ਫੰਦ। ਇਹ ਕੋਈ ਪਤਾ ਨਹੀਂ ਕਦੋਂ ਵਾਹਿਗੁਰੂ ਦਾ ਸੱਦਾ ਆ ਜਾਂਦਾ। ਇਸ ਲਈ ਗੁਰਮੁਖ ਤੇਰਾ ਭਾਣਾ ਪਾਵੇ। ਜਿਹੜੇ ਗੁਰਮੁਖ ਸਿੱਖ ਨੇ ਉਹਨਾਂ ਨੂੰ ਭਾਣਾ ਚੰਗਾ ਲੱਗਦਾ। ਜੇ ਮੈਂ ਗੁਰੂ ਦੇ ਕੋਲੋਂ ਆਪਣੇ ਪੁੱਤਰ ਦੀ ਦੀਰਘ ਆਯੂ ਮੰਗ ਵੀ ਲੈਂਦਾ, ਕੁਛ ਸਮਾਂ ਉਹ ਹੋਰ ਜੀ ਲੈਂਦਾ। ਇਹੀ ਸੀ ਨਾ, ਕੁਛ ਸਮਾਂ ਹੋਰ ਜੀ ਲੈਂਦਾ। ਪਰ ਇਹ ਵਾਹਿਗੁਰੂ ਦੇ ਭਾਣੇ ਵਿੱਚ ਦਖਲਅੰਦਾਜ਼ੀ ਸੀ। ਗੁਰਮੁਖ ਸਿੱਖ ਜੋ ਵਾਹਿਗੁਰੂ ਕਰਦਾ, ਤੇਰਾ ਕੀਆ ਮਿੱਠਾ ਲੱਗਿਆ ਦਾ, ਉਹ ਹਮੇਸ਼ਾ ਲਈ ਸਬਕ ਯਾਦ ਰੱਖਦੇ ਨੇ। ਉਹ ਕਹਿੰਦੇ ਨੇ ਸਾਨੂੰ ਤੇਰਾ ਭਾਣਾ ਮਿੱਠਾ ਲੱਗੇ। ਇਹ ਮੰਗਦੇ ਨੇ ਰੱਬ ਕੋਲੋਂ, ਤੇਰਾ ਕੀਆ ਮਿੱਠਾ ਲੱਗਿਆ, ਹਰਨਾਮ ਪਦਾਰਥ ਨਾਨਕ ਮੰਗੈ। ਫਿਰ ਅੱਗੋਂ ਉਸ ਗੁਰਮੁਖ ਸਿੱਖ ਨੇ ਆਖਿਆ, ਕਹਿਣ ਲੱਗੇ, ਚਲੋ ਮਹਾਰਾਜ ਜੇ ਤੁਹਾਨੂੰ ਇਹ ਪਤਾ ਸੀ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ, ਕਮ ਸੇ ਕਮ ਉਹਦਾ ਵਿਆਹ ਹੀ ਨਾ ਕਰਦੇ। ਦੂਸਰੀ ਗੱਲ ਆ ਗਈ, ਹੁਣ ਇਹ ਵਿਚਾਰੀ ਜਿਹੜੀ ਤੁਹਾਡੇ ਘਰੇ ਨੂੰਹ ਰਾਣੀ ਆਈ ਹੈ, ਇਹ ਹੁਣ ਕਿਵੇਂ ਆਪਣੀ ਜ਼ਿੰਦਗੀ ਬਸਰ ਕਰੇਗੀ? ਭਾਈ ਸਾਹਿਬ ਕਹਿਣ ਲੱਗੇ, ਇਹ ਵੀ ਵਾਹਿਗੁਰੂ ਦਾ ਹੁਕਮ ਸੀ, ਸੰਜੋਗ ਵਿਜੋਗ ਤੁਰੋਂ ਹੀ ਹੋਇਆ, ਗੁਰਬਾਣੀ ਦਾ ਫੈਸਲਾ ਹੈ, ਇਹਦਾ ਵਿਆਹ ਹੋਣਾ ਹੀ ਸੀ। ਕਹਿਣ ਲੱਗਾ, ਮਹਾਰਾਜ ਇਹ ਕਿੱਥੇ ਲਿਖਿਆ ਹੋਇਆ ਵੀ ਇਹਦਾ ਵਿਆਹ ਹੋਣਾ ਹੀ ਸੀ? ਤਾਂ ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਜੇ ਤੂੰ ਸਾਰੀ ਗੱਲ ਪੁੱਛਦਿਆਂ ਅਸੀਂ ਤੈਨੂੰ ਦੱਸੀਏ? ਕਹਿੰਦਾ ਹਾਂ ਦੱਸੋ। ਕਹਿੰਦੇ ਪਿਛਲੇ ਜਨਮ ਦੇ ਵਿੱਚ ਮੇਰਾ ਪੁੱਤਰ ਤਪਸਵੀ ਸੀ, ਇੱਕ ਸਾਧੂ ਸੀ, ਔਰ ਇਹ ਭਜਨ ਬੰਦਗੀ ਕਰਦਾ ਸੀ। ਤੇ ਇਹ ਜਿਹੜੀ ਨੂੰਹ ਰਾਣੀ ਸਾਡੇ ਘਰ ਆਈ ਹੈ, ਔਰ ਇਹ ਇੱਕ ਕਿਸੇ ਗੁਰਮੁਖ ਪਰਿਵਾਰ ਦੀ ਬੇਟੀ ਸੀ, ਔਰ ਇਹਨੇ ਮੇਰੇ ਪੁੱਤਰ ਨੂੰ ਜਾ ਕੇ ਬੇਨਤੀ ਕੀਤੀ। ਕਹਿਣ ਲੱਗੀ ਵੀ ਮੇਰਾ ਮਨ ਇਹ ਚਾਹੁੰਦਾ ਕਿ ਮੇਰੀ ਤੁਹਾਡੇ ਨਾਲ ਸ਼ਾਦੀ ਹੋਵੇ। ਹੁਣ ਤੁਸੀਂ ਦੱਸੋ ਇਹਦੇ ਬਾਰੇ
ਕੀ ਜਵਾਬ ਦੇਣਾ ਚਾਹੁੰਦੇ ਹੋ? ਮੇਰਾ ਪੁੱਤਰ ਤਪਸਵੀ ਸੀ। ਉਹ ਕਹਿੰਦਾ ਮੈਂ ਆਪਣੇ ਜੀਵਨ ਨੂੰ ਦਾਗ ਨਹੀਂ ਲੱਗਣ ਦੇਣਾ। ਮੈਂ ਇਸ ਜੀਵਨ ਦੇ ਵਿੱਚ ਮੈਂ ਸ਼ਾਦੀ ਨਹੀਂ ਕਰਾ ਸਕਦਾ। ਦੂਸਰੇ ਜਨਮ ਵਿੱਚ ਸ਼ਾਦੀ ਹੋ ਸਕਦੀ ਹੈ। ਤੇ ਮੇਰੇ ਪੁੱਤਰ ਨੇ ਆਪਣੀ ਇੱਛਾ ਅਨੁਸਾਰ ਸਰੀਰ ਛੱਡਿਆ। ਉਹ ਲੜਕੀ ਵੀ ਨਾਲ ਹੀ ਚੜ੍ਹਾਈ ਕਰ ਗਈ। ਹੁਣ ਪਿਛਲੇ ਜਨਮਾਂ ਦਾ ਇਹਨਾਂ ਦਾ ਸੰਬੰਧ ਸੀ ਵੀ ਅਸੀਂ ਇੱਕ ਵਾਰੀ ਵਿਆਹ ਕਰਾਉਣਾ। ਉਹ ਜਿਹੜਾ ਪਿਛਲੇ ਜਨਮਾਂ ਦਾ ਸੰਬੰਧ ਸੀ ਜਾਂ ਸੰਕਲਪ ਸੀ, ਉਹ ਇਸ ਜਨਮ ਦੇ ਵਿੱਚ ਪੂਰਾ ਹੋਣਾ ਸੀ। ਉਹ ਹੁਣ ਵਾਹਿਗੁਰੂ ਨੇ ਇਹਨਾਂ ਦਾ ਸੰਜੋਗ ਇੱਕ ਵਾਰੀ ਬਣਾਇਆ, ਪਰ ਦੂਜੇ ਪਾਸੇ ਜਿਹੜਾ ਵਿਯੋਗ ਵੀ ਨਾਲ ਹੀ ਲਿਖਿਆ ਹੋਇਆ ਸੀ। ਮੇਰੇ ਪੁੱਤਰ ਦਾ ਉਹ ਸੰਕਲਪ ਵੀ ਇੱਕ ਵਾਰੀ ਸ਼ਾਦੀ ਮੈਂ ਕਰਵਾਵਾਂਗਾ, ਪਰ ਇਸ ਜਨਮ ਵਿੱਚ ਨਹੀਂ, ਦੂਜੇ ਵਿੱਚ। ਹੁਣ ਦੂਜੇ ਜਨਮ ਵਿੱਚ ਸ਼ਾਦੀ ਹੋ ਗਈ ਹੈ। ਇਸ ਲਈ ਹੁਣ ਇਹ ਕਰਤਾਰ ਦੀਆਂ ਗੱਲਾਂ ਨੇ, ਇਹ ਭਾਣੇ ਦੀਆਂ ਗੱਲਾਂ ਨੇ। ਹੁਣ ਇਹ ਬੀਬੀ ਸਾਡੇ ਘਰ ਦੇ ਵਿੱਚ ਰਹਿ ਕੇ ਸੇਵਾ ਕਰੇਗੀ, ਪਾਠ ਕਰੇਗੀ, ਇਹ ਆਪਣੇ ਜੀਵਨ ਨੂੰ ਸਫਲ ਬਣਾ ਲਵੇਗੀ ਤੇ ਸਾਡਾ ਪੁੱਤਰ ਰੱਬ ਨੂੰ ਪਿਆਰਾ ਹੋ ਗਿਆ। ਇਸ ਲਈ ਸਾਨੂੰ ਕੋਈ ਸੋਗ ਵਿਜੋਗ ਦੀ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ। ਕਿਉਂ ਭਾਈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਐਸੀ ਅਵਸਥਾ ਦੇ ਮਾਲਕ ਹੁੰਦੇ ਨੇ। ਫਿਰ ਉਹ ਗੁਰਮੁਖ ਸਿੱਖ ਨੇ ਭਾਈ ਭਿਖਾਰੀ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿਣ ਲੱਗਾ ਧੰਨ ਹੋ ਮਹਾਂਪੁਰਖੋ ਤੁਸੀਂ। ਪਹਿਲਾਂ ਤੇ ਮੈਂ ਸੋਚਿਆ ਸੀ ਵੀ ਸ਼ਾਇਦ ਬਈ ਤੁਸੀਂ ਵੀ ਸੰਸਾਰੀ ਲੋਕਾਂ ਵਾਂਗੂ ਹੀ ਕੰਮ ਧੰਦੇ ਵਿੱਚ ਮਸ਼ਰੂਫ ਹੋ, ਪਰ ਅੱਜ ਮੈਨੂੰ ਪਤਾ ਲੱਗਿਆ ਤੁਹਾਡੇ ਤੇ ਕਿੰਨੀ ਸਤਿਗੁਰੂ ਦੀ ਮਹਾਨ ਕਿਰਪਾ ਹੈ, ਜਿਨ੍ਹਾਂ ਨੂੰ ਨਾ ਪੁੱਤਰ ਦੇ ਵਿਆਹ ਦੀ ਖੁਸ਼ੀ ਨੇ ਕਦੇ ਜ਼ਿਆਦਾ ਤੁਹਾਨੂੰ ਹੰਕਾਰੀ ਬਣਾਇਆ ਤੇ ਨਾ ਹੀ ਤੁਹਾਨੂੰ ਪੁੱਤਰ ਦੇ ਵਿਜੋਗ ਦੇ ਗਮ ਨੇ ਤੁਹਾਨੂੰ ਕਿਸੇ ਤਰ੍ਹਾਂ ਸੋਗ ਦੇ ਵਿੱਚ ਜਾਣ ਦਿੱਤਾ। ਤੁਸੀਂ ਦੋਵੇਂ ਹਾਲਤਾਂ ਵਿੱਚ ਇੱਕ ਸਮਾਨ ਰਹੇ ਹੋ, ਇਸ ਲਈ ਤੁਹਾਡੇ ਤੇ ਬੜੀ ਮਹਾਨ ਕਿਰਪਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜਿਉ। ਅਸੀਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜਿਨ੍ਹਾਂ ਦੇ ਮਨ ਦੇ ਵਿੱਚੋਂ ਸੋਗ ਤੇ ਵਿਜੋਗ ਦੋਵੇਂ ਹੀ ਖਤਮ ਹੋ ਗਏ ਨੇ। ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਕ ਜੀਓ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿੱਠਾ ਲੱਗਿਆ ਹੈ ਤੇ ਜਨ ਪ੍ਰਧਾਨਾ, ਉਹ ਜਨ ਗੁਰਮੁਖ ਪਿਆਰੇ ਸਾਰਿਆਂ ਤੋਂ ਪ੍ਰਧਾਨ ਨੇ, ਸਾਰਿਆਂ ਤੋਂ ਮੁਖੀ ਨੇ, ਸਾਰਿਆਂ ਤੋਂ ਸ੍ਰੇਸ਼ਟ ਨੇ, ਸਾਰਿਆਂ ਤੋਂ ਵੱਡੇ ਜਥੇਦਾਰ ਨੇ। ਤੇ ਊਤਮ ਹਰ ਹਰ ਲੋਕ ਜੀਓ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਲੋਕ ਮਹਾਂਪੁਰਖ ਨੇ, ਉਹੀ ਸਭ ਤੋਂ ਉੱਤਮ ਦਰਜੇ ਦੇ ਮਾਲਕ ਨੇ। ਰਾਜੇ ਮਹਾਰਾਜਾ ਵੀ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦੇ। ਏਡੀ ਵੱਡੀ ਪਦਵੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਮਿਲਦੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਬਚਨ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਨ੍ਹਾਂ ਨੂੰ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ, ਫਿਰ ਉਹ ਮਹਾਂਪੁਰਖ ਪਾਤਸ਼ਾਹਾਂ ਦੇ ਪਾਤਸ਼ਾਹ ਰੁਤਬਾ ਪ੍ਰਾਪਤ ਕਰ ਲੈਂਦੇ ਹਨ। ਤੇ ਊਤਮ ਹਰ ਹਰ ਲੋਕ ਜੀਓ, ਉਹ ਵਾਹਿਗੁਰੂ ਦੇ ਲੋਕ ਸੰਤ ਪਿਆਰੇ ਮਹਾਂਪੁਰਖ ਹੀ ਸਭ ਤੋਂ ਉੱਤਮ ਨੇ ਤੇ ਸਭ ਤੋਂ ਵੱਡੇ ਉੱਚ ਮਰਾਤਬੇ ਦੇ ਮਾਲਕ ਹੁੰਦੇ ਹਨ। ਇਹ ਹੈ ਪਾਵਨ ਪਵਿੱਤਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਪਦੇਸ਼ ਜੋ ਸੰਤਾਂ ਨੇ ਸੁਣਿਆ ਹੈ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ। ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ। ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।